ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਚਰਨਾਂ ਵਿੱਚ ਜੋ ਮਿਲ ਬੈਠੇ ਰੱਬ ਰੂਪ ਗੁਰੂ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਦਰ ਤੇ ਜੁੜਨ ਦਾ ਸੁਭਾਗ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਚਰਨਾਂ ਵਿੱਚ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ, ਸਾਂਝ ਪਾਉਣ ਦਾ ਨਿਮਾਣਾ ਜਿਹਾ ਉਪਰਾਲਾ ਕਰ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਅੱਜ ਦੇ ਇਸ ਪਾਵਨ ਸ਼ਬਦ ਅੰਦਰ ਸਾਨੂੰ ਸੋਝੀ ਦਿੰਦਿਆਂ ਹੋਇਆਂ ਸਮਝਾਉਂਦੇ ਨੇ ਕਿ ਗੁਰੂ ਦੇ ਚਰਨ ਕਮਲ ਮੈਨੂੰ ਬੜੇ ਪਿਆਰੇ ਲੱਗਦੇ ਨੇ। ਮੈਂ ਗੁਰੂ ਦਾ ਸੇਵਕ, ਗੁਰੂ ਦੇ ਚਰਨਾਂ ਤੇ ਜੁੜ ਕੇ ਗੁਰੂ ਦੀ ਸੇਵਾ ਵਿੱਚ ਜੁੜਿਆ। ਸਤਿਗੁਰੂ ਕਹਿੰਦੇ ਚਰਨ ਕਮਲ ਗੁਰਦੇਵ ਪਿਆਰੇ। ਪਿਆਰੇ ਸਤਿਗੁਰੂ ਦੇ ਚਰਨ ਕਮਲ ਬੜੇ ਪਿਆਰੇ ਨੇ। ਉਹਦੇ ਚਰਨਾਂ ਨਾਲ ਜੁੜ ਕੇ ਹੀ ਸੁੱਖ ਹਾਸਲ ਹੋਇਆ। ਉਹਦੇ ਚਰਨਾਂ ਨਾਲ ਜੁੜ ਕੇ ਹੀ ਮਨ ਦਾ ਟਿਕਾ, ਮਨ ਦੀ ਸ਼ਾਂਤੀ ਹਾਸਲ ਹੋਈ। ਇਹ ਮਨ ਜਿਹੜਾ ਭਟਕ ਰਿਹਾ ਸੀ, ਇਹ ਮਨ ਜਿਹੜਾ ਖੱਜਲ ਹੋ ਰਿਹਾ ਸੀ, ਇਹ ਮਨ ਜੋ ਵਾਸ਼ਨਾਵਾਂ ਵਿੱਚ ਉਲਝਿਆ ਹੋਇਆ ਸੀ, ਇਹ ਮਨ ਜੋ ਚਾਹੁੰਦਾ ਸੀ ਕਿ ਸਭ ਕੁਝ ਮੈਨੂੰ ਹਾਸਲ ਹੋ ਜਾਵੇ, ਇਹ ਮਨ ਗੁਰੂ ਦੇ ਚਰਨਾਂ ਨਾਲ ਜੁੜ ਕੇ ਸਥਿਰ ਹੋ ਗਿਆ। ਇਹ ਮਨ ਜਿਹੜਾ ਭੁੱਖਾ ਸੀ ਮਾਇਆ ਦੀ ਖਾਤਰ, ਮਾਇਆ ਦੇ ਮਗਰ ਉਲਝਿਆ ਹੋਇਆ ਸੀ, ਹੁਣ ਇਹ ਮਨ ਦੀ ਭੁੱਖ ਮਿਟ ਗਈ। ਹੁਣ ਮਨ ਦੀਆਂ ਵਾਸਨਾਵਾਂ ਮਿਟ ਗਈਆਂ, ਇਹ ਸ਼ਾਂਤ ਹੋ ਗਿਆ ਜਦੋਂ ਗੁਰੂ ਨਾਲ ਜੁੜਿਆ ਮੈਂ। ਸਤਿਗੁਰੂ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਸੁੱਖ ਹੈ, ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਆਨੰਦ ਹੈ। ਇਸ ਲਈ ਮੈਂ ਗੁਰੂ ਦੇ ਚਰਨਾਂ ਨਾਲ ਸਾਂਝ ਪਾਈ ਹੈ। ਗੁਰੂ ਦੇ ਨਾਲ ਜੁੜਨਾ, ਬਸ ਗੁਰੂ ਨਾਲ ਜੁੜ ਗਏ ਤਾਂ ਹੋਰ ਕਿਧਰੇ ਧਿਆਨ ਨਾ ਜਾਵੇ। ਗੁਰੂ ਦੇ ਦਰ ਆ ਬੈਠੇ, ਗੁਰੂ ਦਾ ਲੜ ਫੜ ਲਿਆ ਤਾਂ ਹੁਣ ਇੱਧਰ ਉੱਧਰ ਦੇਖਣ ਦੀ ਜ਼ਰੂਰਤ ਨਹੀਂ ਹੈ। ਇੱਧਰ ਉੱਧਰ ਦੇਖਣ ਤੋਂ ਭਾਵ ਇਹ ਨਹੀਂ ਹੈ ਕਿ ਅੱਖਾਂ ਨਾਲ ਇੱਧਰ ਉੱਧਰ ਤੱਕਣਾ ਨਹੀਂ ਹੈ। ਬੰਦਾ ਅੱਖਾਂ ਤਾਂ ਬੰਦ ਕਰ ਲੈਂਦਾ ਹੈ, ਪਰ ਮਨ ਇੱਧਰ ਉੱਧਰ ਫਿਰ ਵੀ ਦੌੜਦਾ ਰਹਿੰਦਾ ਹੈ। ਅੱਖਾਂ ਬੰਦ ਕਰਨ ਤੋਂ ਬਾਅਦ ਉਹ ਵੀ ਨਜ਼ਰ ਆਉਣ ਲੱਗ ਜਾਂਦਾ ਹੈ ਜੋ ਅੱਖਾਂ ਖੋਲ ਕੇ ਨਹੀਂ ਨਜ਼ਰ ਆਉਂਦਾ। ਜੋ ਅੱਖਾਂ ਖੁੱਲੀਆਂ ਤੇ ਦਿਖਾਈ ਨਹੀਂ ਦਿੰਦਾ, ਅੱਖਾਂ ਬੰਦ ਕਰਨ ਤੇ ਉਹ ਵੀ ਦਿਸ ਪੈਂਦਾ। ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿਸ ਚੀਜ਼ ਤੋਂ ਅੱਖ ਬਚਾਓ ਤੇ ਉਹ ਚੀਜ਼ ਤੁਹਾਡੇ ਮਨ ਵਿੱਚ ਨਾ ਆਵੇ, ਇਹ ਜ਼ਰੂਰੀ ਨਹੀਂ ਹੈ। ਇਸ ਲਈ ਗੁਰੂ ਦੇ ਚਰਨਾਂ ਨਾਲ ਜਦੋਂ ਜੁੜਨਾ ਤਾਂ ਉਸ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਚਰਨਾਂ ਨਾਲ ਜੁੜ ਕੇ ਆਪਣੀਆਂ ਸਿਰਫ ਅੱਖਾਂ ਫੇਰ ਲੈਣੀਆਂ ਦੂਸਰਿਆਂ ਵੱਲੋਂ, ਮਾਇਆ ਵੱਲੋਂ ਅੱਖਾਂ ਫੇਰ ਲੈਣੀਆਂ ਨਹੀਂ। ਇਹਦਾ ਭਾਵ ਇਹ ਹੈ ਕਿ ਮਨ ਦਾ ਸੰਬੰਧ ਤੋੜ ਲੈਣਾ ਮਾਇਆ ਨਾਲੋਂ। ਚੀਜ਼ਾਂ ਦਾ, ਰੂਪ ਰੰਗ ਦਾ, ਕਾਮ ਕ੍ਰੋਧ ਦਾ ਜੋ ਮਨ ਨਾਲ ਸੰਬੰਧ ਹੈ ਨਾ, ਬਹੁਤ ਗਹਿਰਾ, ਉਸ ਗਹਿਰੇ ਸੰਬੰਧ ਨੂੰ ਤੋੜ ਲੈਣਾ। ਧਿਆਨ ਵਾਸਨਾ ਵੱਲ ਨਾ ਜਾਵੇ, ਧਿਆਨ
रूप रंग वल ना जावे, ध्यान चीज़ां वल ना जावे, ध्यान सिर्फ ते सिर्फ गुरु विच रहे। गुरु तो बिना होर कुछ नज़र ना आवे। इसलिए ना अपनियां चीज़ां दा ख्याल रहे, ना अपने पहरावे दा ख्याल रहे, कौन मैनू देख रहा है, कौन मैनू सुन रहा है, ना इस गल का ख्याल रहे। बस ख्याल सिर्फ इस गल का रहे कि गुरु ते तुसी, बस इंज जान लवो कि गुरु दे दर ते तुहाडे बिना ते गुरु तो बिना होर कोई तीसरा है ही नहीं। सिर्फ तुसी मौजूद हो ते गुरु मौजूद है। बस जदों तीसरा आ मिलदा है साडे मन विच, तदों ही साडा मन उखड़ जाता है। इसलिए सतगुरु ने तो इत्थों तक कहा है कि आप भी ना रहो, आप भी मिट जावो, सिर्फ ओही रह जावे। इसलिए हाले असी इन्ने समर्थ नहीं होए कि आप नूं मिटा लीए, हाले आला दुआला मिटा लीए। पहला सिर्फ गुरु बचे ते तुसी बचो, गुरु बचे ते मैं बचा, बस बाकी होर कुछ दिखाई ना देवे, कुछ सुनाई ना देवे। गुरु दी गल, गुरु दा बचन, ना कोई इस्त्री ना पुरुष, ना कोई आउण वाला, ना कोई जाण वाला, ना कोई बैठण वाला, ना कोई उठण वाला, बस सिर्फ गुरु। जदों इस तरह असीं गुरु नाल जुड़दे हां, फिर उहदी रहमत वरतदी है, फिर उसकी बख्शिश होंदी है। इस तो घट विच नहीं गुजारा होना। जे तुसी रोज़ आउंदे हो तो खाली चले जाते हो, तो उसका जरूर कारण यही होवेगा कि गुरु नाल संबंध नहीं जुड़ रहा होवेगा, गुरु नाल सांझ नहीं पै रही होवेगी, मन की सांझ होर पासे पई होवेगी। मन इधर उधर ही देखता रहता है, मन यही देखता रहता है कि कौन आया कौन गया, मन इस पासे लगा है। इसलिए लगातार गुरु के दर ते आउण दे बावजूद भी असी गुरु नाल जुड़ नहीं पा रहे, तो उसका कारण यही है। इसलिए गुरु तो बिना होर कुछ भी नहीं देखना, होर कुछ भी नहीं सुनना। तुसी जदों श्लोक पढ़ते हो कबीर साहब दे, उन्हां श्लोकां विच एक श्लोक है कि जदों गुरु नूं मिलण जाइए ना, तो किसी नूं नाल लैके नहीं जाईदा, संग ना लीजै कोई। कि साधु नूं मिलण जाओ तो संग ना लैके जाओ किसी नूं। इहदा मतलब ये नहीं है कि किसी बंदे नूं अपने नाल नहीं लैके जाना। तुसीं किसी साथी नूं अपने नाल गुरु दे दर नहीं लैके जाना, इसदा मतलब ये नहीं है। इसदा मतलब ये है कि जदों तुसी गुरु दे दर आवो, तुहाडे मन दे विच जो संगी साथियां दा मोह है ना, वो ना आवे गुरु दे दर। जदों असीं उस नूं लै आउंदे आ तां असीं गुरु नाल जुड़ ही नहीं पांदे। एक नौजवान वो काफ़ी समय तो इस तलाश विच सी कि उन्होंने कोई गुरु मिल पवे। वो गुरु दे नाल रह के, गुरु की संगत करके वो भी परमात्मा तक अपड़ जावे। उसकी तलाश एक दिन खत्म हुई, उन्होंने एक गुरु लभ पिया। उसने अपने परिवार, अपने संगियां साथियों नूं, अपने भैणां भरावां नूं, उन्होंने कहा कि मैं हुण फलाने गुरु की शरण विच चलिया जाना है, हुण मेरा तुहाडे नाल बहुता मिलवर्तन नहीं होवेगा, इसलिए मैं हुण उत्थे जा रहा वां, मैं परमेश्वर दे नाल जुड़ना चाहुंदा, मैं वाहिगुरू दे विच लीन होना चाहुंदा। तो परिवार मित्रां सज्जणा ने उन्होंने कहा कि ठीक है भाई, तेरी मर्जी है, पर असीं तैनूं छड्ड के आवांगे उस साधु दे डेरे, तू सानूं नाल लैके चल। उन्हें कहा ठीक है, पर
ਤੁਸੀਂ ਮੈਨੂੰ ਸਿਰਫ ਦਰਵਾਜ਼ੇ ਤੇ ਛੱਡ ਕੇ ਵਾਪਸ ਮੁੜ ਆਓਗੇ, ਅੰਦਰ ਨਹੀਂ ਆਓਗੇ। ਉਹਨਾਂ ਨੇ ਕਿਹਾ ਮਨਜ਼ੂਰ। ਉਹਦਾ ਪਰਿਵਾਰ, ਉਹਦੇ ਕੁਝ ਮਿੱਤਰ ਸੱਜਣ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਉਹਦੇ ਨਾਲ ਗਏ। ਉਹਨੂੰ ਛੱਡਣ ਵਾਸਤੇ ਪਹੁੰਚ ਗਏ ਸਾਧੂ ਦੇ ਡੇਰੇ। ਸਾਧੂ ਦੇ ਡੇਰੇ ਆਏ, ਉਹ ਦਰਵਾਜ਼ੇ ਤੇ ਸਾਰਿਆਂ ਨੂੰ ਗਲ ਲੱਗ ਕੇ ਮਿਲਿਆ ਅਤੇ ਉਹਨਾਂ ਨੂੰ ਆਖਰੀ ਅਲਵਿਦਾ ਕਿਹਾ ਕਿ ਹੁਣ ਤੁਸੀਂ ਜਾ ਸਕਦੇ ਹੋ, ਕਿਉਂਕਿ ਇੱਥੋਂ ਅਗਾਂਹ ਮੇਰਾ ਇਕੱਲੇ ਦਾ ਕੰਮ ਹੈ, ਤੁਹਾਡਾ ਨਹੀਂ। ਐਸਾ ਹੀ ਹੈ, ਧਾਰਮਿਕ ਮਾਰਗ ਤੇ ਤੁਹਾਡਾ ਇਕੱਲਿਆਂ ਦਾ ਹੀ ਕੰਮ ਹੈ, ਕਿਸੇ ਹੋਰ ਦਾ ਨਹੀਂ। ਇੱਥੇ ਤੁਸੀਂ ਭੀੜ ਨਾਲ ਨਹੀਂ ਆ ਸਕਦੇ, ਇੱਥੇ ਤੁਹਾਨੂੰ ਇਕੱਲੇ ਹੀ ਆਉਣਾ ਪੈਂਦਾ, ਇਕੱਲਿਆਂ ਹੀ ਤੁਰਨਾ ਪੈਂਦਾ। ਇੱਥੇ ਕਿਸੇ ਦਾ ਸੰਗ ਸਾਥ ਨਹੀਂ। ਇੱਥੇ ਪਤਨੀ ਭਾਵੇਂ ਜੀਵਨ ਦੀ ਸਾਥੀ ਹੈ, ਪਰ ਉਹ ਇਸ ਅਧਿਆਤਮ ਦੇ ਰਾਹ ਦੀ ਸਾਥੀ ਨਹੀਂ ਹੋ ਸਕਦੀ। ਪਤੀ ਅਧਿਆਤਮ ਦੇ ਰਾਹ ਦਾ ਸਾਥੀ ਨਹੀਂ ਹੁੰਦਾ। ਅਧਿਆਤਮ ਦੇ ਰਾਹ ਦਾ ਸਾਥੀ ਸਿਰਫ ਗੁਰੂ ਹੁੰਦਾ ਹੈ। ਹੋਰ ਕੋਈ ਸਾਡਾ ਸੰਗੀ ਸਾਥੀ, ਭੈਣ ਭਰਾ, ਮਿੱਤਰ ਸੱਜਣ, ਉਹ ਸਾਡਾ ਸਾਥੀ ਨਹੀਂ ਬਣਦਾ। ਉਸਨੇ ਕਿਹਾ ਕਿ ਹੁਣ ਤੁਸੀਂ ਚਲੇ ਜਾਓ ਵਾਪਸ। ਮੇਰੇ ਗੁਰੂ ਨੇ ਕਿਹਾ ਸੀ ਕਿ ਕਿਸੇ ਨੂੰ ਲੈ ਕੇ ਨਹੀਂ ਆਉਣਾ, ਇਕੱਲੇ ਆਉਣਾ, ਇਸ ਲਈ ਮੈਂ ਆਪਣੇ ਗੁਰੂ ਦੇ ਡੇਰੇ ਪਹੁੰਚ ਗਿਆ, ਹੁਣ ਤੁਸੀਂ ਜਾਓ। ਉਹ ਚਲੇ ਗਏ। ਇਹ ਨੌਜਵਾਨ ਅੰਦਰ ਪਹੁੰਚਾ। ਇਸ ਨੇ ਜਾ ਕੇ ਸਾਧੂ ਨੂੰ ਮੱਥਾ ਟੇਕਿਆ। ਜਿਵੇਂ ਹੀ ਸਾਧੂ ਨੂੰ ਮੱਥਾ ਟੇਕਿਆ, ਉਹਦੇ ਚਰਨਾਂ ਵਿੱਚ ਸਿਰ ਰੱਖਿਆ, ਸਾਧੂ ਨੇ ਕਿਹਾ, ਤੈਨੂੰ ਕਿਹਾ ਸੀ ਇਕੱਲਿਆਂ ਆਉਣਾ, ਤੂੰ ਸਾਰੇ ਟੱਬਰ ਨੂੰ ਨਾਲ ਲੈ ਆਇਆ। ਉਹ ਬੰਦਾ ਬੜਾ ਹੈਰਾਨ ਹੋਇਆ। ਉਹ ਕਹਿੰਦੇ ਕਿ ਸਾਰੇ ਤਾਂ ਵਾਪਸ ਚਲੇ ਗਏ, ਮੈਂ ਤਾਂ ਇਕੱਲਾ। ਕਿ ਸਾਰੇ ਮੇਰੇ ਭੈਣ ਭਰਾ, ਮੇਰੇ ਮਿੱਤਰ ਸੱਜਣ, ਮੇਰੇ ਮਾਂ-ਬਾਪ, ਉਹ ਤਾਂ ਵਾਪਸ ਮੁੜ ਗਏ। ਸਾਧੂ ਨੇ ਕਿਹਾ, ਨਹੀਂ, ਤੂੰ ਝੂਠ ਬੋਲਦਾ, ਤੂੰ ਝੂਠ ਬੋਲਦਾ, ਉਹ ਤਾਂ ਤੇਰੇ ਨਾਲ ਹੀ ਨੇ। ਉਸਨੇ ਕਿਹਾ, ਜੀ ਨਹੀਂ, ਦੇਖ ਲਓ, ਮੇਰੇ ਨਾਲ ਤਾਂ ਕੋਈ ਵੀ ਨਹੀਂ ਹੈ। ਸਾਧੂ ਨੇ ਕਿਹਾ, ਇੱਥੇ ਬੈਠ, ਆਪਣੇ ਅੰਦਰ ਦੇਖ। ਉਹ ਛੱਡ ਕੇ ਬੇਸ਼ੱਕ ਤੈਨੂੰ ਚਲੇ ਗਏ, ਪਰ ਤੂੰ ਹਾਲੇ ਵੀ ਉਹਨਾਂ ਦੇ ਗਲ ਲੱਗ ਰਿਹਾ ਹੈ। ਆਪਣੇ ਮਨ ਵਿੱਚ ਹਾਲੇ ਵੀ ਉਹਨਾਂ ਦੇ ਮੋਹ ਦੇ ਵਿੱਚ ਗ੍ਰਸਤ ਹੈ। ਹਾਲੇ ਵੀ ਤੂੰ ਉਹਨਾਂ ਨੂੰ ਮਿਲਦਾ ਪਿਆ, ਹਾਲੇ ਵੀ ਤੂੰ ਉਹਨਾਂ ਨੂੰ ਚੇਤੇ ਕਰ ਰਿਹਾ। ਤੇਰੇ ਮਨ ਵਿੱਚ ਚੱਲ ਰਿਹਾ ਕਿ ਉਹ ਹੁਣ ਘਰ ਚਲੇ ਗਏ ਹੋਣਗੇ, ਉਹ ਹੁਣ ਖਾਣਾ ਖਾਣ ਲੱਗ ਪਏ ਹੋਣਗੇ, ਉਹ ਫਲਾਣੀ ਥਾਂ ਪਹੁੰਚ ਗਏ ਹੋਣਗੇ। ਹਾਲੇ ਵੀ ਤੇਰੇ ਦਿਮਾਗ ਵਿੱਚ ਉਹੀ ਕੁਝ ਚੱਲ ਰਿਹਾ ਹੈ। ਤੇਰੇ ਸਰੀਰ ਨੇ ਸਾਥ ਛੱਡ ਦਿੱਤਾ, ਪਰ ਤੇਰਾ ਮਨ ਤੇ ਉਹਨਾਂ ਨੂੰ ਪਕੜ ਕੇ ਬੈਠਾ ਹੋਇਆ। ਇਸ ਲਈ ਜਦ ਤੱਕ ਮਨ ਵਿੱਚੋਂ ਮੋਹ ਨਹੀਂ ਮਿਟਦਾ, ਉਦੋਂ ਤੱਕ ਤੂੰ ਇਸ ਮਾਰਗ ਦੇ ਉੱਤੇ ਚੱਲ ਨਹੀਂ ਸਕੇਗਾ। ਇਸ ਲਈ ਗੁਰੂ ਨਾਲ ਜੁੜਨ ਦਾ ਮਤਲਬ, ਗੁਰੂ ਦੇ ਦਰ ਇਕੱਲੇ ਆਉਣ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਮਨ ਵਿੱਚ ਕੁਝ ਵੀ ਨਾ ਲੈ ਕੇ ਆਈਏ। ਸਤਿਗੁਰੂ ਕਹਿੰਦੇ, ਗੁਰੂ ਦੇ ਚਰਨਾਂ ਨਾਲ ਇੰਜ ਜੁੜਨਾ, ਚਰਨ ਕਮਲ ਗੁਰਦੇਵ ਪਿਆਰੇ, ਪੂਜੈ ਸੰਤ ਹਰ ਪ੍ਰੀਤ ਪਿਆਰੇ। ਪ੍ਰੀਤ ਨਾਲ ਗੁਰੂ ਦੇ ਚਰਨਾਂ ਨੂੰ ਪੂਜਣਾ, ਪਿਆਰ ਨਾਲ ਗੁਰੂ ਦੇ ਚਰਨਾਂ ਦੀ ਸੇਵਾ ਕਰਨਾ, ਪ੍ਰੇਮ ਨਾਲ। ਸਤਿਗੁਰੂ ਕਹਿੰਦੇ, ਸਾਧੂ ਜਨ, ਗੁਰਮੁਖ ਜਨ ਪੂਜਦੇ ਨੇ ਗੁਰੂ ਦੇ ਚਰਨਾਂ ਨੂੰ, ਗੁਰੂ ਦੀ ਸ਼ਰਨ ਵਿੱਚ ਜੁੜ ਗਏ। ਬਸ ਗੁਰੂ ਦੀ ਸ਼ਰਨ ਵਿੱਚ ਐਸੇ ਜੁੜੇ ਕਿ ਉਹਨਾਂ ਨੂੰ ਹੋਰ ਕੁਛ ਦਿਖਾਈ ਨਹੀਂ ਦਿੰਦਾ, ਸੁਣਾਈ ਨਹੀਂ ਦਿੰਦਾ। ਉਹਨਾਂ ਨੂੰ ਗੁਰੂ ਹੀ ਦਿਸਦਾ ਹੈ, ਗੁਰੂ ਹੀ ਸੁਣਦਾ ਹੈ। ਬਸ ਜਿਵੇਂ ਬਾਕੀ ਸਾਰਾ ਦਰਬਾਰ ਖਾਲੀ ਹੈ, ਬਸ ਗੁਰੂ ਹੈ ਤੇ ਤੁਸੀਂ ਬੈਠੇ ਹੋ। ਬਸ ਇਕੱਲੇ ਤੁਸੀਂ ਤੇ ਇਕੱਲਾ ਗੁਰੂ। ਬਸ ਜਦੋਂ ਅਸੀਂ ਇਸ ਤਰ੍ਹਾਂ ਇਕੱਲੇ ਹੋ ਗਏ, ਭੀੜ ਦੇ ਵਿੱਚ ਇਕੱਲੇ ਹੋਣ ਦਾ ਬਲ ਸਿੱਖਣਾ। ਇਕੱਲੇ ਕਮਰੇ ਵਿੱਚ ਬੈਠ ਜਾਣਾ, ਉਹਨੂੰ ਇਕੱਲਾ ਹੋਣਾ ਨਹੀਂ ਕਹਿੰਦੇ। ਕਿ ਮੈਂ ਦਰਵਾਜ਼ਾ ਬੰਦ ਕਰ ਲਵਾਂ, ਕੁੰਡੀ ਲਾ ਲਵਾਂ ਤੇ ਮੈਂ ਕਹਾਂ ਕਿ ਜੀ ਮੈਂ ਕਮਰੇ 'ਚ ਇਕੱਲਾ ਹੋ ਗਿਆ। ਨਹੀਂ, ਅੱਜ ਕੱਲ੍ਹ ਤਾਂ ਕੋਈ ਵੀ ਬੰਦਾ ਇਕੱਲਾ ਨਹੀਂ ਹੈ। ਬੰਦਾ ਕਹਿੰਦਾ ਜੀ ਸਾਰੀ ਦੁਨੀਆ ਮੇਰੇ ਤੋਂ ਦੂਰ ਚਲੇ ਜਾਓ, ਬਸ ਮੋਬਾਈਲ ਫੋਨ ਮੈਨੂੰ ਦੇ ਦਿਓ, ਬਸ ਠੀਕ ਹੈ। ਮੋਬਾਈਲ ਫੋਨ, ਸਾਰੀ ਦੁਨੀਆ ਉਹਦੇ ਵਿੱਚ ਹੀ ਹੈ। ਇਸ ਲਈ ਉਹ ਇਕੱਲਾ ਹੋ ਕੇ ਵੀ ਇਕੱਲਾ ਨਹੀਂ ਹੈ। ਉਹ ਕਮਰੇ ਵਿੱਚ ਬੈਠਾ ਇਕੱਲਾ ਟੀਵੀ ਦੇਖੀ ਜਾਂਦਾ ਹੈ, ਉਹ ਇਕੱਲਾ ਹੋ ਕੇ ਵੀ ਇਕੱਲਾ ਨਹੀਂ ਹੈ।
वो अंदर बैठा कोई किताब पढ़ी जाता है, वो इकल्ला होके भी इकल्ला नहीं है। वो कमरे में बैठा सोची जाता है अपने भरा बारे, अपनी भैन बारे, अपनी पत्नी या अपने बच्चों बारे, या अपने किसी मित्र बारे, अपने परिवार बारे। वो इकल्ला बह के भी इकल्ला नहीं है। इकल्ले होने का मतलब है कि तुसी भीड़ विच भी होवो ते मन विच मोह ना होवे, शरीर का कोई संबंध ना होवे, इकल्ले बस। साधु भीड़ विच भी इकल्ला हुंदा तो इकल्लियां कदे इकल्ला नहीं हुंदा, क्योंकि परमात्मा हर वेले उहदे नाल हुंदा। इस ढंग नाल जदों इस तरह असीं गुरु दे नेड़े हो जांदे हां तदों गल बनदी है। इस करके सतगुरु कहंदे साधु संगत तरिया संसार। साधु दी संगत विच, गुरु दी संगत विच संसार तरदा है। असीं गुरु दे संग तरदे हां। तुसीं गुरु दे संग बैठो, साधु दा संग नसीब होवे तां असीं पार लंघ जांदे हां। साधु दा संग नहीं मिलदा सानूं, गुरमुख दा संग सानूं नसीब नहीं हुंदा, क्योंकि ना तो सानूं गुरमुख दी परख है, ना सानूं पता है कि गुरमुख कैसा हुंदा है। जैसी असीं मन विच कल्पना करी बैठे हैं, ऐसा कोई बंदा सानूं दिखाई नहीं दिंदा। जैसा गुरमुख है वैसा असीं उहनूं देख नहीं पांदे। इसलिए साधु नाल संत नाल साडा कदे मेल ही नहीं हो पांदा। वो साडे कोलों दी गुजर जांदा, सानूं दिसदा ही नहीं। इसलिए सतगुरु समझाउंदे, सतगुरु कहंदे जदों गुरु दे संग असीं जुड़दे हां तां पार लंघदे हां। साधु संगत तरिया संसार, हर का नाम मनै आधार। परमात्मा दे नाम दा मन विच आधार, आसरा। गुरु दे संग, साधु दे संग, परमात्मा दे नाम दा आधार साडे मन विच वजदा है कि परमेश्वर दे नाम दे आधार तो बिना होर कोई आधार नहीं। साडी आधारशिला की है, साडा बेस जिहदे ते असीं खड़ोते हां, जिहड़ा साडा आसरा है वो की है। जे साडा बेस माया है तां असीं बहुती देर टिकण वाले नहीं हां। जे साडा आधार चीज़ां ने तां असीं बहुती देर टिकण वाले नहीं, क्योंकि चीज़ां बहुती देर टिकदियां नहीं, माया बहुती देर टिकदी नहीं। इसलिए जिन्हां ने अपने जीवन का बेस, जिन्हां ने अपने जीवन का आधार परमेश्वर के नाम नूं बनाया, वो तर गए, वो पार लंघ गए। इसलिए सतगुरु कहंदे उन्हां दा पार उतारा हो गया, वो भव सागर नूं लंघ गए। हर का नाम मनै आधार, मन विच परमेश्वर दे नाम दा आसरा। चरण कमल गुरदेव प्यारे, पूजै संत हर प्रीत प्यारे, जाकै मस्तक लिखिया भाग। सतगुरु कहंदे जिहदे मत्थे ते भाग लिखिया, जिहदे ते उस वाहिगुरू दे नाल मेल दा भाग लिखिया होया, जाकै मस्तक लिखिया भाग, कहो नानक ताका थिर सुहाग। सतगुरु कहंदे उहदा सुहाग स्थिर है, वो हमेशा रहन वाला हो गया। जिन्हों इस गल की सोझी आ गई, उहदा मालक, उहदा पति, वो कदे नहीं मरदा, वो हमेशा स्थिर। क्योंकि जिन्हां चीज़ां नूं असीं मालक समझी बैठे हां, वो चीज़ां एक दिन खत्म हो जांदियां, विनस जांदियां। इसलिए साडा मालक, वो परमेश्वर, वो कदे भी नहीं जांदा, वो हमेशा स्थिर है। जिन्हों सोझी आ गई, जिन्हों समझ आ गई, वो वाहिगुरू नाल जुड़िया। जिन्हों समझ आ गई, उसने प्रभु की आग्ञा नूं मन लिया, उसने परमेश्वर की आग्ञा नूं स्वीकार कर लिया। सतगुरु कहंदे उहदी आग्ञा हुण मिठी लगन लगी, क्योंकि जदों समझ आ गई कि माया तां झूठी है, सदा रहने वाला तां परमेश्वर है। जदों ये गल समझ आ गई तां सतगुरु कहंदे उहदी आग्ञा विच तुरना, इहदे विच ही अपना भला जान लिया। मीठी आग्ञा पिर की लागी। प्रभु की आग्ञा, अपने पति की आग्ञा मिठी लगन लगी। जदों प्रभु ने मेरे ते कृपा कर दी, मेरे पति ने मेरे ते दया की, उन्हें मेरे ते बख्शिश की, तां सतगुरु कहंदे सौंकण
घर की कंत त्यागी। कि घर की सौंकण, सौंकण किनू कहंदे ने तुसीं भली भात जाणदे हो कि जिस आदमी दियां दो इस्त्रियां होण उन्हां इस्त्रियां दे आपसी संबंध नूं सौंकण कहंदे ने कि वो एक दूसरे की सौंकण है। सतगुरु समझाउंदे, सतगुरु कहंदे जदों मैं वाहिगुरू दी पति परमेश्वर की आग्या विच तुर पई तां जिहड़ी मेरी सौंकण सी ना, सौंकण की है? माया। सौंकण साडी माया है, यही सानू प्रभु दे नेड़े नहीं होण दिंदी। ऐसा ही हुंदा ना कि जिस आदमी दियां दो पत्नियां ने वो एक दूसरे विच उन्हां दा झगड़ा ही चलदा रहिंदा, वो एक दूसरे नूं अपने पति दे नेड़े नहीं होण दिंदी। बिल्कुल ऐसा ही ते माया की है, लक्ष्मी की है? लक्ष्मी परमात्मा की पत्नी कही जाती है। तो वो लक्ष्मी कदे बंदे नूं परमेश्वर दे लागे नहीं होण दिंदी। जिहड़ा बंदा भी वाहिगुरू दे नेड़े होण दा यतन करदा है उहदे राह दे विच रोड़ा बनन वाली माया है। तुसीं सिमरन करन बैठदे हो तां माया दे ख्याल मन विच आउण लग जांदे ने, रूप रंग दे, पैसे दे, वस्तुआं दे, घर-बार दे, जमीन जायदाद दे बेअंत फुरने मन विच उठने शुरू हो जाते हैं। तुसीं गुटका रखो, सब ख्याल गए, फिर तुसीं गुटके नूं हथ लाओ, फिर उसे तरह चल पिया कम। तुसीं सिमरन करन बैठो, माया मन विच दौड़न लग पई। तुसीं सिमरन करन दा ख्याल छड्ड दिओ, मन विच ख्याल है ही नहीं कोई माया दा। सतगुरु कहंदे ओ सौंकण उस नूं त्याग दिता, वाहिगुरू ने उस नूं त्याग दिता, मेरे पति ने उहदा त्याग कर दिता जदों मैं उहदी आग्या विच तुर पई। जदों तक असीं वाहिगुरू दी आग्या विच नहीं ना तुरदे उदों तक उहदी दया नहीं हुंदी, उहदी रहमत नहीं हुंदी। सतगुरु कहंदे उहदी आग्या हुण मिठी लगन लगी, उहने मैनूं जो किया मैं वो करना शुरू कर दिता। बस आही एक कर्म, यही साडे वास्ते बड़ा औखा है कि जो वो सानूं कहंदा असीं वो नहीं करदे। इसे करके असीं दुख भोगदे हां, इसे करके असीं तकलीफ पाउंदे हां। असीं वो मन्नण लग पैंदे हां जो सानूं कोई होर कहंदा है, असीं गुरु दी गल मंनदे नहीं। जो सानूं साडा मन कहंदा है असीं वो करन लग पैंदे हां। अपने पति दी गल मनना, परमेश्वर दी गल मनना। लोग कुछ होर कहंदे ने, दुनिया दे मगर नहीं लगीदा है, किसे दे मगर नहीं लगीदा। ये खुद वेखना पैंदा है कि पति नूं की पाउंदा है, ओदी रज़ा की है, ओदी मर्जी की। सतगुरु कहंदे मिठी आग्या पिर की लागी, सौंकण घर की कंत त्यागी। वाहिगुरू ने, मेरे पति ने इस सौंकण नूं त्याग दिता, उन्हें माया दा त्याग कर दिता। प्रे सुहागन शिंगार करी। सतगुरु कहंदे हुण उस वाहिगुरू ने, उस परमेश्वर ने किरपा की, उन्हें मैनू शिंगार दिता। असीं असल विच उस दिन ही शिंगारे जाते हैं जिस दिन वो साडे ते दया करदा है। जदों ओदी साडे ते रहमत हुंदी है, ओदी किरपा हुंदी, असीं फिर शिंगारे जाते हैं। सतगुरु समझाउंदे ने, सतगुरु कहंदे वो आप सवारदा है, वो साडे अंदर दे औगण कढ दिंदा है, वो साडे अंदर गुण भरदा है, वो गुणां दी दात सानू बख्शदा है। इस करके सतगुरु कहंदे उसने आप शिंगारिया मैनू अपने हथीं, जो ओनू पाउंदा सी उन्हें वैसा कर दिता, उसने वैसी रहमत मेरे ऊपर कर दी। सतगुरु कहंदे प्रे सुहागन शिंगार करी, मन मेरे की तपत हरी। जदों उसने मैनू शिंगार दिता, ख्याल रखना एक धार्मिक लिबास है जिहड़ा दुनिया ने धारण किया होया, एक लिबास है साधु दा, फकीर दा, गुरु दा, जां गुरमुख दा, भगत दा, गुरसिख दा। ਉਹਦੇ ਸ਼ਿੰਗਾਰ ਵਿੱਚ, ਉਹਦੇ ਲਿਬਾਸ ਵਿੱਚ ਧਾਰਮਿਕਤਾ ਝਲਕਦੀ ਹੈ। ਤੇ ਬਹੁਤੀ ਵੇਰਾ ਇਹ ਦੇਖਣ ਵਿੱਚ ਆਇਆ ਹੈ ਜਿਹੜੀ ਦੁਨੀਆ ਧਾਰਮਿਕ ਭੇਸ ਧਾਰਨ ਕਰੀ ਬੈਠੀ ਹੈ ਉਹਨਾਂ ਵਿੱਚੋਂ ਧਾਰਮਿਕਤਾ ਦਿਸਦੀ ਨਹੀਂ। ਲੋਕ ਦਿਖਾਉਂਦੇ ਜ਼ਰੂਰ ਨੇ ਕਿ ਅਸੀਂ ਧਾਰਮਿਕ ਹਾਂ, ਪਰ ਉਹਨਾਂ ਦੇ ਵਿੱਚੋਂ ਧਾਰਮਿਕਤਾ ਦਾ ਕਿਤੇ ਕੋਈ ਅੰਸ਼ ਨਜ਼ਰ ਨਹੀਂ ਆਉਂਦਾ, ਅੰਸ਼ ਮਾਤਰ ਵੀ ਨਹੀਂ ਦਿਸਦਾ।
बस पहरावा पहरावा इकल्ला दिसदा है, सिर्फ नज़र आउंदा है कि बंदा धार्मिक है, पर धर्म का कोई कण नहीं दिसदा। दूसरे पासे कोई ऐसा गुरमुख, कोई ऐसा भगत जिहदे कोल धर्म का कोई लिबास नहीं है, पर उहदे अंदरों धार्मिकता झलकदी है, उहदे अंदरों धर्म दिखाई दिंदा है। इसलिए सतगुरु ने बाणी अंदर जिक्र किया है, सतगुरु कहंदे परमात्मा का भगत नंगा भी होवे वो भी प्यारा लगता है, ते साकत बंदे ने बहुत सारा महंगा हार श्रृंगार किया होवे, कपड़ा वधिया पहनिया होवे, सतगुरु कहंदे वो भी किसी काम नहीं आउंदा। साकत सिर पाओ रेशमी पहरत पत खोई। सतगुरु कहंदे संत जना का लूगरा, वो लूगरा कि वो छोटा जिहा गुरमुख भगत, सतगुरु कहंदे वो नगन भी होवे तां भी सुखी है, तां भी आनंद दिंदा है, तां भी प्यारा लगता है। इस करके सतगुरु समझाउंदे, सतगुरु कहंदे उस वाहिगुरू दी रहमत होई, उसने कृपा की, उन्हें आप श्रृंगार दिता। जदों ऐसा श्रृंगार उन्हें बख्शिया तां मेरे मन की तपत मिट गई। मन मेरे की तपत हरी, जो मन विच तपश सी ना, ईर्षा दी, निंदा दी, काम क्रोध दी, ये मिट गई। ये मिट गई जदों उहदी रहमत होई। भलो भयो परे कहया मानिया। सतगुरु कहंदे बहुत भला होया, बड़ा भला होया, बड़ा चंगा होया कि मैं अपने प्रभु पति का कहया मन्निया, मैं उहदी आग्ञा मन्नी, उहदा कहया प्रवान किया। भलो भयो परे कहया मानिया, मैं अपने पति का कहया मन लिया। ख्याल रखना कि उहदा कहया मनना ज़्यादा जरूरी है। असी चाहुंदे हां कि वो साडी मन लवे, साडी अरदास सुन लवे, साडी बेनती प्रवान कर लवे, असी ऐसा कहंदे आ, पर असी उहदी आग्ञा मनण लई तैयार नहीं हुंदे। असी अपनी मनाउणी चाहुंदे आ, पर उहदी नहीं मनना चाहुंदे। इस तरह साडे जीवन में कदे सुख नहीं आउंदा। सतगुरु कहंदे बहुत भला होया मैं उहदी आग्ञा विच तुर पिया। तुसीं तुर के वेखो उहदी रज़ा विच, बड़ा भला होवेगा, बड़ा सुख होवेगा। भलो भयो परे कहया मानिया, सूख सहज इस घर का जानिया। जदों मैं उहदी आग्ञा विच तुर पिया तां सतगुरु कहंदे घर दा सुख, जो आत्मिक आनंद, जो सहज विच टिकण दा सुख है ना, वो हासिल होया। अपने घर दा सुख, अक्सर असीं लोग कहंदे आ कि अपने घर दे विच बड़ा सुख हुंदा है। दूसरे दा घर जिन्ना मर्जी आलीशान होवे, वधिया होवे, सानू उहदे विच सुकून नहीं आउंदा। अपना घर भावें छोटा होवे, एक अद्धे कमरे दा ही होवे, उहदे विच ही सुख मिलदा है। बिल्कुल ऐसा ही अपने अंदर टिकण विच ही सुख मिलदा है। अपने घर विच, निज घर विच बसण दा सुख है। सतगुरु कहंदे जदों उहदी आग्ञा विच तुर पै, जदों उहदी रज़ा विच तुर पै तां सुख आ बणिया। सुख सहज इस घर का जानिया, अपने पति दे घर दा सुख जानिया, उहदे घर दा। असीं हाले सिर्फ माया दे सुख जाने ने, असीं चीज़ां दा ही सुख जानिया, रूप रंग दा सुख जानिया, पैसे दा सुख जानिया, खाण पीण दीआं वस्तुआं दा सुख जानिया। वाहिगुरू दे नाम दा सुख हाले कित्थों जाने असीं? हाले ते चीज़ां दा स्वाद सानू पता है, उहदे नाम दा स्वाद तां असीं कदे चखिया ही नहीं। इस करके जिस दिन उस नूं चखोगे, उस नूं जानोगे, उस दा आनंद माणोगे, उस दिन आ दुनियावी रस फिक्के लगन लग जाणगे। उस दिन भुख विच भी आनंद होवेगा, जिस दिन मन तृप्त होवेगा। उस दिन थोड़े विच भी रज होवेगा, जिस दिन अपने घर विच टिके होवांगे। इसलिए जदों सानू अपना दुआला देखना आ जाता है, अपना घर नज़र आउण लग जाता है, अपना आप नज़र आउण लग जाता है, उस दिन साडी भटकना मिट जाती है। सतगुरु कहंदे भलो भयो, भला होया कि हुण मैनूं दिसण लग पिया कि मेरे कोल की है। जदों असीं देखदे रहंदे हां कि मेरे कोल की नहीं है, उदों साडे जीवन विच सुख नहीं आउंदा। हुण भला होया
हुण मैनूं दिस पिया कि मेरे घर विच तां बहुत कुछ है, मैनूं तां बहुत कुछ मिलिया होया। जदों इस तरह असीं देखण लग जांदे हां कि मेरे कोल की है, तां गल बनदी है, तां इस घर का सुख जाणिया, सुख सहज इस घर का जानिया। सतगुरु कहंदे इस घर का सुख जान लिया, आनंद जान लिया। रहाओ हाँ बंदी प्रे खिजमतदार, मैं वाहिगुरू दे दर दी सेवक, ओदी खिजमतदार, खिजमतदार मतलब ओदी सेवा करने वाली, ओदी खिजमत करदी, मैं ओदी सेवा करदी हाँ। मैं परमेश्वर दे घर दी सेवादार हाँ, मैं ओदे घर दी नौकर, ओदी सेवा कमाउंदी हाँ। हाँ बंदी प्रे खिजमतदार, ओ अविनाशी अगम अपार, ओ परमात्मा अगम अपार है। अपने आप नूं सेवक जानना ओदा। साडी दिक्कत यह है कि असीं लोग कहंदे तां जुबान तो यही हाँ कि मैं सेवक हाँ, पर मन विच यह हंकार हुंदा है कि मैं मालक हाँ। मन विच असीं अपने आप नूं वड्डा जाणदे हां ते जुबान तो कहंदे हां कि मैं तां सेवादार, मैं तां निमाणा जिहा दास। जुबान साडी कुछ होर कहंदी है, मन साडा कुछ होर कहंदा है। जुबान तो निमरता झलकदी है ते मन हंकार नाल भरिया होया। मन साडी जुबान तो निमरता वाली गल कहाउंदा ही इस करके है कि सुन के सामने वाले नूं सुन के लगे, सामने वाला कहे कि नहीं जी तुसीं तां बहुत भले आदमी। जदों कि आदमी कहंदा ना कि मैं तां जी तुहाडे चरनां दी धूड़, मैं तां मूर्ख, मैं तां अज्ञानी, तां सामने बंदा यही कहंदा है कि नहीं नहीं तुसीं तां बड़े सियाणे बड़े भले पुरुष हो। इसलिए बहुत दफा आदमी अपने आप नूं नीवां, अपने आप नूं नीच दूसरे दे कोलों अपनी उस्तत सुनने वास्ते कहंदा है कि सामने वाला मेरी उस्तत करे। इसलिए जुबान तो बंदा निमरता दीयां गल्लां करदा है पर मन हंकार नाल भरिया। इस तरह नहीं कि मन विच निमरता होवे। जुबान तो कोई नहीं, हंकार दी गल कर भी लो कोई गल नहीं, पर मन विच निमरता होवे, मन विच, क्योंकि जो मन विच होवेगा प्रगट होवेगा ही। यही कारण है कि जदों जुबान तो निमरता दीयां गल्लां करन वाले बंदे नूं जरा जिहा पिंच करो ना, जरा जिहा, वो उस वेले उहदा हंकार बाहर आ जाता है, उस वेले। इसलिए सतगुरु कहते अपने आप नूं वाहिगुरू दा सेवक जानना, मनो जानना। ये मान लो कि उहदे सेवादार हो, उहदे दर दे खिजमतदार, कोई अहुदेदार नहीं, कोई चौधर वाले नहीं, बस कुछ भी नहीं, बस उन्हें जे रुतबा दिता है, अहुदा दिता है तो उहदा शुक्र, उहदा शुक्र। इसलिए जदों भी कोई चीज़ मिल जाए तो उहदा हंकार नहीं करीदा, उहदी हौमे नहीं करीदी। बहुत दफ़ा ऐसा देखने को आता है कि जदों बंदे दे कोल कोई चीज़ होंदी है, कोई अहुदा मिल जाता है तो उहदा हंकार करता है, बड़ी हौमे करता उहदी। ते जदों उहदे कोलों वो चीज़ खुस जाती है, उहदे कोलों खो ली जाती, उस रुतबे तो उसनूं उतार दिता जाता है, तो उसकी हालत देखो, वो मरिया वर्गा हो जाता है, उसकी हालत मोया समान हो जाती। तुसीं जरा सोच के वेखो कि जिहड़े बंदे इलैक्शन विच वड्डे वड्डे कहंदे कहाउंदे धड़ंदर, वो हार गए, वो तो जिउंदे जी मर गए, क्योंकि उन्होंने अज तक कोई हरा नहीं सी सकिया, वो हार गए, उन्हों की हालत मोया समान हो गई। हुण वो बहुत दुखी ने, क्यों? क्योंकि हार गए। हुण जरा उन्होंने दोबारा फिर मौका मिल जाए कुर्सी हासिल करने का, दोबारा फिर उही पोजीशन हासिल करने का मौका मिल जाए, वो अगले इलैक्शन विच जित जाण, जे वो बदकिस्मती नाल जित गए तो उन्हां दा हंकार देखियो तुसीं किन्ने शिखर ते होवेगा। वो इस गल नूं रब दा शुक्र नहीं समझणगे कि रब दा शुक्र है कि सानू रुतबा वापस मिल गया। वो इस गल दी हौमे करनगे कि सानू ही मिलना सी, असीं तां योग सी, मैनू मिलनी सी कुर्सी क्योंकि मैं तां योग सी, पिछली बारी तां कोई धोखाधड़ी हो गई तां नहीं हो सकिया। बंदा इस तरीके नाल देखदा है, वो रब दा शुक्र नहीं करदा, वो परमात्मा दा शुक्र नहीं करदा। ऐसा ही है, चाहे किसी नूं छोटा अहुदा मिले, चाहे किसी नूं वड्डा मिले, उहदा हंकार उन्ना ही हुंदा है।
ਉਹਦੀ ਹਉਮੈ ਓਨੀ ਹੋਈ ਵੱਡੀ ਹੁੰਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਆਪਣੇ ਆਪ ਨੂੰ ਹਮੇਸ਼ਾ ਖਿਜ਼ਮਤਦਾਰ ਸਮਝਣਾ, ਸੇਵਾਦਾਰ ਜਾਣਨਾ ਕਿ ਮੈਂ ਤਾਂ ਉਹਦਾ ਖਿਜ਼ਮਤਦਾਰ, ਉਹਦੀ ਸੇਵਾ ਕਰਨ ਵਾਲਾ, ਬਸ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ। ਇਸ ਲਈ ਨਵਾਬ ਕਪੂਰ ਸਿੰਘ ਵਾਂਗੂ ਕਿ ਨਵਾਬ ਬਣ ਕੇ ਵੀ ਉਹਨੇ ਕਿਹਾ ਕਿ ਠੀਕ ਹੈ ਨਵਾਬ ਬਣ ਜਾਵਾਂਗੇ, ਪਰ ਮੇਰੇ ਕੋਲ ਸੇਵਾ ਨਾ ਲਈ ਜਾਵੇ ਕਿ ਕੱਲ੍ਹ ਨੂੰ ਤੁਸੀਂ ਕਹੋ ਕਿ ਭਾਈ ਤੂੰ ਤਾਂ ਨਵਾਬ ਹੋ ਗਿਆ, ਹੁਣ ਤੈਨੂੰ ਸੇਵਾ ਨਹੀਂ ਕਰਨ ਦੀ ਲੋੜ। ਇਹ ਕੰਮ ਨਹੀਂ ਹੋਣਾ। ਨਵਾਬ ਬਣ ਕੇ ਵੀ ਆਪਣੇ ਆਪ ਨੂੰ ਸੇਵਾਦਾਰ ਹੀ ਜਾਣਿਆ। ਇਸ ਕਰਕੇ ਸਤਿਗੁਰੂ ਕਹਿੰਦੇ ਹਉ ਬੰਦੀ ਪ੍ਰੇ ਖਿਜ਼ਮਤਦਾਰ, ਉਹ ਅਬਿਨਾਸ਼ੀ ਅਗਮ ਅਪਾਰ, ਲੈ ਪੱਖਾ ਪ੍ਰੇ ਝੱਲਣਾ ਪਾਏ। ਮੈਂ ਉਹਦੇ ਚਰਨਾਂ ਵਿੱਚ ਬਹਿ ਕੇ ਉਹਨੂੰ ਪੱਖਾ ਝੱਲਾਂ, ਮੈਂ ਉਹਦੇ ਚਰਨਾਂ ਵਿੱਚ ਬਹਿ ਕੇ ਉਹਨੂੰ ਪੱਖਾ ਝੱਲਦੀ ਹਾਂ, ਉਹਦੀ ਸੇਵਾ ਕਰਦੀ ਹਾਂ। ਲੈ ਪੱਖਾ ਪ੍ਰੇ ਝੱਲਣਾ ਪਾਏ, ਭਾਗ ਗਏ ਪੰਚ ਦੂਤ ਲਾਵੇ। ਇਹ ਪੰਜ ਦੂਤ ਜਦੋਂ ਮੈਂ ਨਿਮਰਤਾ ਦੇ ਨਾਲ ਉਹਦੀ ਸੇਵਕ ਹੋ ਕੇ ਉਹਦੀ ਸੇਵਾ ਵਿੱਚ ਜੁੜੀ ਤਾਂ ਜਿਹੜੇ ਇਹ ਪੰਜ ਕਾਮ ਕ੍ਰੋਧ ਸੀ ਨਾ, ਲਾਵੇ ਮਤਲਬ ਹੁੰਦਾ ਵੱਢਣ ਵਾਲੇ, ਦਿਹਾੜੀਦਾਰ। ਜਿਵੇਂ ਕਣਕ ਵੱਢਣ ਲਈ ਜਾਂ ਝੋਨਾ ਵੱਢਣ ਲਈ ਦਿਹਾੜੀਦਾਰ ਲਾ ਲਏ ਜਾਂਦੇ ਨੇ, ਮਜ਼ਦੂਰ ਲਾ ਲਏ ਤਾਂ ਉਹ ਫਸਲ ਨੂੰ ਵੱਢ ਦਿੰਦੇ ਨੇ। ਸਤਿਗੁਰੂ ਕਹਿੰਦੇ ਇਹ ਕਾਮ ਕ੍ਰੋਧ ਜਿਹੜੇ ਨੇ ਨਾ, ਇਹ ਬੰਦੇ ਦੇ ਅੰਦਰ ਦੇ ਗੁਣਾਂ ਨੂੰ ਵੱਢਣ ਵਾਲੇ ਲਾਵੇ ਨੇ, ਇਹ ਦਿਹਾੜੀਦਾਰ ਨੇ। ਤੇ ਇਹ ਲਾਵੇ ਹੁਣ ਮਿਟ ਗਏ, ਕਾਮ ਕ੍ਰੋਧ ਹੁਣ ਨਹੀਂ ਇਹ ਮੇਰੇ ਅੰਦਰ ਦੇ ਗੁਣਾਂ ਨੂੰ ਵੱਢਦੇ। ਭਾਗ ਗਏ, ਇਹ ਹੁਣ ਭੱਜ ਗਏ। ਭਾਗ ਗਏ ਪੰਚ ਦੂਤ ਲਾਵੇ, ਇਹ ਪੰਜੋ ਦੂਤ ਮੇਰੇ ਅੰਦਰੋਂ ਭੱਜ ਗਏ ਜਦੋਂ ਮੈਂ ਆਪਣੇ ਆਪ ਨੂੰ ਸੇਵਕ ਜਾਣਿਆ, ਜਦੋਂ ਮੈਂ ਉਹਦੀ ਸੇਵਾ ਵਿੱਚ ਜੁੜ ਗਈ। ਨਾ ਮੈਂ ਕੁੱਲ ਨਾ ਸੋਭਾਵੰਤ। ਸਤਿਗੁਰੂ ਕਹਿੰਦੇ ਨਾ ਤਾਂ ਮੇਰੀ ਕੋਈ ਉੱਚੀ ਕੁੱਲ ਹੈ ਕਿ ਜਿਹਦੇ ਮੈਂ ਹੰਕਾਰ ਕਰਾਂ ਕਿ ਮੇਰੀ ਬਹੁਤ ਉੱਚੀ ਕੁੱਲ ਹੈ ਜੀ, ਮੈਂ ਬੜੀ ਉੱਚੀ ਕੁੱਲ ਵਿੱਚ ਜੰਮਿਆ। ਤੇ ਜੇ ਕੋਈ ਬੰਦਾ ਉੱਚੀ ਜਾਤ ਵਿੱਚ ਜੰਮਿਆ ਤੇ ਇਸ ਗੱਲ ਦਾ ਹੰਕਾਰ ਕਰਦਾ ਤਾਂ ਉਸ ਤੋਂ ਵੱਡਾ ਮੂਰਖ ਆਦਮੀ ਹੋਰ ਕੋਈ ਨਹੀਂ ਹੈ। ਉਹ ਇਸੇ ਗੱਲ ਦੀ ਹਉਮੈ ਕਰੀ ਜਾਂਦਾ ਕਿ ਮੈਂ ਵੱਡੇ ਖਾਨਦਾਨ ਵਿੱਚ ਜੰਮਿਆ। ਵੱਡੇ ਖਾਨਦਾਨ ਵਿੱਚ ਜੰਮਣ ਨਾਲ, ਉੱਚੇ ਖਾਨਦਾਨ ਵਿੱਚ ਜਨਮ ਲੈਣ ਨਾਲ ਕੋਈ ਆਦਮੀ ਉੱਚਾ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਨਾ ਮੈਂ ਕੁੱਲ ਨਾ ਸੋਭਾਵੰਤ, ਨਾ ਕੋਈ ਉੱਚੀ ਕੁੱਲ ਤੇ ਨਾ ਕੋਈ ਸੋਭਾ। ਗੱਲ ਤੇ ਤਾਂ ਹੈ ਕਿ ਬੰਦਾ ਨੀਵੀਂ ਥਾਂ ਤੋਂ ਉੱਠ ਕੇ ਉੱਠਿਆ ਹੋਵੇ। ਉੱਚਿਆਂ ਦੇ ਘਰ ਵਿੱਚ ਜਨਮ ਕੇ ਤਾਂ ਕੋਈ ਵੀ ਬੰਦਾ ਉੱਚਾ ਹੋ ਜਾਏਗਾ। ਅਮੀਰ ਦੇ ਘਰ ਵਿੱਚ ਜਨਮ ਨਾਲ ਤਾਂ ਹਰ ਬੰਦਾ ਅਮੀਰ ਹੀ ਹੁੰਦਾ, ਪਰ ਕੋਈ ਜਦੋਂ ਗਰੀਬ ਦੇ ਘਰ ਜਨਮਦਾ, ਮਿਹਨਤ ਕਰਦਾ, ਤਰੱਕੀ ਕਰਦਾ ਤੇ ਅਮੀਰ ਹੁੰਦਾ, ਗੱਲ ਫਿਰ ਬਣਦੀ ਹੈ। ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਨਾ ਤਾਂ ਮੇਰੀ ਕੋਈ ਕੁੱਲ, ਉੱਚੀ ਕੁੱਲ, ਨਾ ਕੋਈ ਜਗਤ ਵਿੱਚ ਸੋਭਾ। ਕਿਆ ਜਾਣਨਾ ਕਿਉਂ ਭਾਨੀ ਕੰਤ, ਮੈਂ ਤਾਂ ਇਹ ਵੀ ਨਹੀਂ ਜਾਣਦੀ ਕਿ ਪ੍ਰਭੂ ਨੂੰ, ਪਰਮਾਤਮਾ ਨੂੰ ਕਿਹੜੀ ਗੱਲ ਨਾਲ ਪ੍ਰਸੰਨ ਕਰੀਦਾ, ਉਹ ਕਿਹੜੀ ਗੱਲ ਤੇ ਖੁਸ਼ ਹੁੰਦਾ, ਇਸ ਗੱਲ ਦਾ ਵੀ ਨਹੀਂ ਪਤਾ। ਮੈਂ ਜਾਣਦੀ ਨਹੀਂ, ਕਿਉਂਕਿ ਮੈਂ ਨਹੀਂ ਜਾਣਦੀ ਕਿ ਉਹ ਜਾਤ ਦੇਖ ਕੇ ਖੁਸ਼ ਹੁੰਦਾ, ਮੈਨੂੰ ਨਹੀਂ ਪਤਾ ਕਿ ਉਹ ਸੋਭਾ ਦੇਖ ਕੇ ਖੁਸ਼ ਹੁੰਦਾ, ਮੈਨੂੰ ਨਹੀਂ ਪਤਾ ਕਿ ਉਹ ਪਹਿਰਾਵਾ ਦੇਖ ਕੇ, ਸਾਡਾ ਧਰਮ ਦਾ ਭੇਖ ਦੇਖ ਕੇ ਖੁਸ਼ ਹੁੰਦਾ। ਕਿਆ ਜਾਣਨਾ, ਮੈਂ ਕੀ ਜਾਣਾ। ਕਿਉਂ ਭਾਨੀ ਕੰਤ, ਕਿਵੇਂ ਉਸ ਕੰਤ ਨੂੰ ਪਾਵਾਂ। ਮੋਹੇ ਅਨਾਥ ਗਰੀਬ ਨਿਮਾਨੀ, ਮੈਂ ਤਾਂ ਅਨਾਥ ਹਾਂ, ਮੇਰਾ ਕੋਈ ਨਹੀਂ ਹੈ, ਮੈਂ ਬੜੀ ਗਰੀਬ, ਬੜੀ ਨਿਮਾਣੀ। ਕੰਤ ਪਕੜ ਹਮਕੀਨੀ ਰਾਨੀ, ਤੇ ਕੰਤ ਨੇ, ਪ੍ਰਭੂ ਪਤੀ ਨੇ ਮੈਨੂੰ ਪਕੜ ਕੇ ਰਾਣੀ ਬਣਾ ਦਿੱਤਾ। ਉਹਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਕੇ ਰਾਣੀ ਕਰ ਦਿੱਤਾ। ਮੈਨੂੰ ਕੌਣ ਪੁੱਛਦਾ ਸੀ, ਮੈਂ ਤਾਂ ਗਲੀਆਂ ਵਿੱਚ ਰੁਲਦੀ ਫਿਰਦੀ ਸਾਂ, ਉਹਨੇ ਆਪਣੇ ਚਰਨਾਂ ਨਾਲ ਜੋੜ ਕੇ ਮੈਨੂੰ ਰਾਣੀ ਕਰ ਲਿਆ। ਇਸ ਲਈ ਗੁਰਮੁਖਾਂ ਨੂੰ, ਭਗਤਾਂ ਨੂੰ ਜੇ ਅਸੀਂ ਪੂਜਦੇ ਹਾਂ, ਉਹਨਾਂ ਦਾ ਸਤਿਕਾਰ ਕਰਦੇ ਹਾਂ ਤਾਂ ਇਸੇ ਲਈ ਕਰਦੇ ਹਾਂ ਕਿਉਂਕਿ ਉਹ ਵਾਹਿਗੁਰੂ ਨਾਲ ਜੁੜੇ, ਉਹ ਵਾਹਿਗੁਰੂ ਨਾਲ ਜੁੜ ਕੇ ਵਾਹਿਗੁਰੂ ਜੈਸੇ ਹੋ ਗਏ। ਪਰਮੇਸ਼ਰ ਨੇ ਉਹਨਾਂ ਨੂੰ ਉੱਚਾ ਰੁਤਬਾ ਬਖਸ਼ ਦਿੱਤਾ। ਇਸ ਕਰਕੇ ਸਤਿਗੁਰੂ ਕਹਿੰਦੇ ਉਹਨੇ ਰਹਿਮਤ ਕੀਤੀ। ਕੰਤ ਪਕਰ ਹਮ ਕੀਨੀ ਰਾਨੀ, ਜਬ ਮੁਖ ਪ੍ਰੀਤਮ ਸਾਜਨ ਲਾਗਾ। ਜਦੋਂ ਮੈਂ ਪਰਮਾਤਮਾ ਦੇ ਨਾਲ ਜੁੜਿਆ, ਜਦੋਂ ਮੈਂ ਉਸ ਪਰਮੇਸ਼ਰ ਨਾਲ ਜੁੜਿਆ, ਸੂਖ ਸਹਿਜ ਮੇਰਾ ਧਨ ਸੁਹਾਗਾ, ਕਿ ਮੇਰਾ ਉਹ ਸੁਹਾਗ, ਉਹ ਪਤੀ ਪਰਮੇਸ਼ਰ ਧਨ ਹੈ ਜਿਹਨੇ ਸੁਖ ਤੇ ਸਹਿਜ ਬਖਸ਼ਿਆ। ਕਹੋ ਨਾਨਕ ਮੋਰੀ ਪੂਰਨ ਆਸਾ, ਉਸ ਨੇ ਮੇਰੀ ਆਸ ਪੂਰੀ ਕਰ ਦਿੱਤੀ। ਸਤਿਗੁਰ ਮੇਲੀ ਪ੍ਰਭ ਗੁਣ ਤਾਸਾ, ਗੁਰੂ ਨੇ ਕਿਰਪਾ ਕਰਕੇ ਉਸ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਦੇ ਨਾਲ ਮੇਲ ਦਿੱਤਾ। ਗੁਰੂ ਨੇ ਦਇਆ ਕੀਤੀ, ਗੁਰੂ ਨੇ ਬਖਸ਼ਿਸ਼ ਕਰਕੇ ਉਸ ਪਰਮਾਤਮਾ ਨਾਲ ਜੋੜ ਦਿੱਤਾ।
ਗੁਰੂ ਦੀ ਦਇਆ ਨਾਲ ਹੀ, ਗੁਰੂ ਦੇ ਚਰਨਾਂ ਨਾਲ ਜੁੜਨ ਨਾਲ ਹੀ ਸਾਡੀ ਉਹਦੇ ਨਾਲ ਸਾਂਝ ਪੈਂਦੀ ਹੈ। ਇਸ ਲਈ ਸਤਿਗੁਰੂ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜਨਾ, ਗੁਰੂ ਹੀ ਮਿਲੇਗਾ ਤੇ ਗੁਰੂ ਦੀ ਆਗਿਆ ਵਿੱਚ ਤੁਰਨਾ। ਗੁਰੂ ਦੀ ਆਗਿਆ ਮਿੱਠੀ ਕਰਕੇ ਮੰਨਾਂਗੇ ਤਾਂ ਮਾਇਆ ਸਾਡੇ ਮਨ ਤੋਂ ਦੂਰ ਹੋਵੇਗੀ, ਤਾਂ ਇਹ ਸੌਂਕਣ ਤਿਆਗੀ ਜਾਏਗੀ, ਤਾਂ ਸੁੱਖ ਹਾਸਲ ਹੋਵੇਗਾ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ। ਭੁੱਲਾਂ ਨਾ ਚਿਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।